ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਗੱਲ ਕਰਨੀ ਹੈ। ਨਾੜ ਨੂੰ ਅੱਗ ਲਗਾਉਣ ਦੇ ਨਾਲ ਨਾ ਸਿਰਫ ਜ਼ਹਿਰੀਲਾ ਧੂਆਂ ਉੱਠਦਾ ਸਗੋਂ ਜਿਹੜਾ ਹੁਣ ਤਾਂ ਇਨਸਾਨੀ ਜ਼ਿੰਦਗੀਆਂ ਤੇ ਵੀ ਇਹ ਧੂਆਂ ਇਹ ਅੱਗ ਭਾਰੂ ਪੈਣ ਲੱਗ ਗਈ। ਇੱਥੇ ਹੀ ਬਸਦੀ ਹੈ, ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਮਿੱਤਰ ਕੀੜੇ ਜਿਹੜੇ ਖਤਮ ਹੋ ਜਾਂਦੇ ਨੇ, ਵਾਤਾਵਰਨ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ। ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ। ਕਿਸਾਨਾਂ ਦਾ ਆਪਣਾ ਪੱਖ ਹੈ, ਉਹ ਕਹਿੰਦੇ ਕਿ ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਜਾਂਦੀਆਂ ਨੇ ਖੇਤੀਬਾੜੀ ਵਿਭਾਗ ਦੇ ਵੱਲੋਂ ਉਹ ਬਹੁਤ ਮਹਿੰਗਾ ਪ੍ਰੋਸੈਸ ਹੈ। ਡੀਜ਼ਲ ਬਹੁਤ ਮਹਿੰਗਾ ਹੈ, ਜੇ ਅਸੀਂ ਵਿੱਚ ਵਾਹ ਦਿੰਦੇ ਹਾਂ ਨਾੜ ਨੂੰ ਜਾਂ ਜਿਹੜੀ ਵੀ ਰਹਿੰਦ ਖੂੰਹਦ ਨੂੰ ਤਾਂ ਸਾਡੀ ਅਗਲੀ ਫਸਲ ਨੂੰ ਦਿੱਕਤ ਆਉਂਦੀ ਹੈ। ਤਾਂ ਬਹੁਤ ਤਰ੍ਹਾਂ ਦੇ ਪੱਖ ਨੇ ਔਰ ਇਹਦੇ ਮੁਤਲਕ ਗੱਲਬਾਤ ਕਰਾਂਗੇ। ਮਾਹਰ ਨੇ ਸਾਡੇ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਬਰੀਫ ਇੰਟਰੋਡਕਸ਼ਨ ਦੇ ਦਿਓ ਉਹਨਾਂ ਦੀ। ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਨੇ ਸਾਡੇ ਨਾਲ ਮੌਜੂਦ ਰਹਿਣਗੇ ਸਟੂਡੀਓ ਦੇ ਵਿੱਚ। ਵਾਤਾਵਰਨ ਪ੍ਰੇਮੀ ਵੀ ਨੇ ਔਰ ਬਹੁਤ ਲੰਮਾ ਸਮਾਂ ਹੋ ਗਿਆ ਇਸ ਪਾਸੇ ਕੰਮ ਕਰ ਰਹੇ ਨੇ। ਡਾਕਟਰ ਦੀਪਕ ਕੋਛੜ ਜੀ ਨੇ ਸਾਡੇ ਨਾਲ, ਇਹ ਦੱਸਣਗੇ। ਇਹਨਾਂ ਤੋਂ ਪੁੱਛਾਂਗੇ ਕਿ ਕੀ ਪ੍ਰਭਾਵ ਨੇ ਇਸ ਧੂਏ ਦੇ ਔਰ ਇਨਸਾਨੀ ਸਿਹਤ ਦੇ ਉੱਤੇ ਕੀ ਮਾਰੂ ਪ੍ਰਭਾਵ ਹੈਗੇ ਨੇ। ਤੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਐਡਵੋਕੇਟ ਮਨਵੀਰ ਕੌਰ ਰਾਹੀ ਜੀ ਵੀ ਹੈਗੇ ਨੇ ਔਰ ਉਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਇਸ ਸਾਰੀ ਸਥਿਤੀ ਤੋਂ ਅਸੀਂ ਉੱਭਰ ਸਕਦੇ ਹਾਂ। ਸਵਾਗਤ ਹੈ ਜੀ ਸਾਰੇ ਮਹਿਮਾਨਾਂ ਦਾ। ਪਹਿਲਾ ਸਵਾਲ ਲੱਖੇਵਾਲੀ ਜੀ ਤੁਹਾਡੇ ਤੋਂ ਲਵਾਂਗੇ। ਲਗਾਤਾਰ ਇਹ ਚੀਜ਼ ਹੋ ਰਹੀ ਹੈ, ਕੋਈ ਇਸ ਸਾਲ ਪਹਿਲੀ ਵਾਰ ਨਹੀਂ ਹੈ। ਮੈਨੂੰ ਲੱਗਦਾ ਕਿ ਪਿਛਲੇ ਕਾਫੀ ਸਾਲਾਂ ਤੋਂ ਇਹ ਸਮੱਸਿਆ ਲਗਾਤਾਰ ਆ ਰਹੀ ਹੈ। ਹਾਦਸੇ ਵੀ ਹੋ ਰਹੇ ਨੇ, ਉਪਜਾਊ ਸ਼ਕਤੀ ਧਰਤੀ ਦੀ ਖਰਾਬ ਹੋ ਰਹੀ ਹੈ, ਵਾਤਾਵਰਨ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ, ਵੱਡੇ ਜਿਹੜੇ 50-50 ਸਾਲ ਪੁਰਾਣੇ ਪੇੜ ਵੀ ਜਿਹੜੇ ਅੱਗ ਦੀ ਭੇਟ ਚੜੇ ਨੇ ਜੀ। ਇਹ ਗਗਨ ਜੀ ਮੈਨੂੰ ਉਹ ਨਾ ਛੋਟੇ ਹੁੰਦਿਆਂ ਬਜ਼ੁਰਗ ਗੱਲ ਸੁਣਾਉਂਦੇ ਹੁੰਦੇ ਸੀ ਵੀ ਧਰਤੀ ਨਾ ਇੱਕ ਅੱਗ ਦਾ ਗੋਲਾ ਹੁੰਦੀ ਸੀਗੀ ਤੇ ਉਹ ਮਤਲਬ ਕਰੋੜਾਂ ਅਰਬਾਂ ਸਾਲ ਦੀ ਡਿਵੈਲਪਮੈਂਟ ਦੇ ਬਾਅਦ ਅਸੀਂ ਉਸ ਪਰਿਸਥਿਤੀਆਂ 'ਚ ਪਹੁੰਚੇ ਸੀ ਵੀ ਸਾਰਿਆਂ ਲਈ ਸ਼ੁੱਧ ਹਵਾਵਾਂ ਸੀਗੀਆਂ, ਸ਼ੁੱਧ ਪਾਣੀ ਸੀ, ਸ਼ੁੱਧ ਭੋਜਨ ਸੀ, ਹਰਿਆਵਲ ਧਰਤ ਸੀ। ਉਹ ਸਾਰਾ ਇਸ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਸੀ ਜਿਹੜੀ ਪਰਮਾਤਮਾ ਵੱਲੋਂ, ਔਰ ਅਸੀਂ ਉਸ ਅੱਗ ਦੇ ਗੋਲੇ ਤੋਂ ਉਸ ਪਰਿਸਥਿਤੀ 'ਚ ਪਹੁੰਚੇ ਸੀ। ਤੇ ਮੈਨੂੰ ਹੁਣ ਜੋ ਲੱਗਦਾ ਕਿ ਜੋ ਅਸੀਂ ਵਿਕਾਸ ਦੇ ਨਾਂ ਤੇ ਵਿਨਾਸ਼ ਕਰਦੇ ਜਾ ਰਹੇ ਹਾਂ, ਵੀ ਕਹਿਣ ਨੂੰ ਤਾਂ ਸਾਨੂੰ ਅਸੀਂ ਅੱਗੇ ਨੂੰ ਜਾ ਰਹੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਫਿਰ ਪਿਛਾਂਹ ਉਹੀ ਧਰਤੀ ਨੂੰ ਦੁਬਾਰਾ ਅੱਗ ਦਾ ਗੋਲਾ ਬਣਾਉਣ ਨੂੰ ਫਿਰਦੇ ਹਾਂ। ਉਹਦੇ ਨਤੀਜਾ ਹੀ ਇਹ ਹੈ ਕਿ ਅਸੀਂ ਜਿਹੜਾ ਜਿਵੇਂ ਹੁਣ ਗਲੋਬਲ ਵਾਰਮਿੰਗ ਦੀ ਕਿੰਨੇ ਵਾਰੀ ਆਪਾਂ ਪਹਿਲਾਂ ਡਿਸਕਸ਼ਨ ਕਰ ਚੁੱਕੇ ਹਾਂ, ਤੇ ਉਹ ਇਹ ਅੱਗ ਦੇ ਗੋਲੇ ਵਾਲੀ ਗੱਲ ਹੀ ਆ। ਔਰ ਇਹ ਅੱਗ ਖੇਤਾਂ ਚੋਂ, ਸ਼ਹਿਰਾਂ ਚੋਂ ਹੁਣ ਸਾਡੇ ਘਰਾਂ ਦੇ ਵਿੱਚ ਪਹੁੰਚ ਗਈ ਹੈ। ਹੁਣ ਜੇ ਅਸੀਂ ਪਿਛਲੇ ਕੁਝ ਦਿਨਾਂ ਦੀਆਂ ਹੀ ਡੇਰਾ ਬਸਤੀ ਵਾਲੇ ਮਾਮਲੇ ਦੀ ਗੱਲ ਕਰੀਏ, ਬੱਚੀ ਦੀ ਜਿਹੜੀ ਉਹ ਮੌਤ, ਮੈਨੂੰ ਲੱਗਦਾ ਕਿ ਉਹ ਤਾਂ ਬਿਆਨ ਹੀ ਨਹੀਂ ਕਰ ਸਕਦੇ। ਬਿਆਨ ਨਹੀਂ, ਮਤਲਬ ਉਹ ਤਸਵੀਰ ਦੇਖਣ ਨੂੰ ਵੀ ਮਤਲਬ ਦਿਲ ਡਰਦਾ ਹੈਗਾ, ਹਨਾ। ਤੇ ਦੇਖੋ ਹਰ ਚੀਜ਼ ਮੈਨਾ ਰੱਖਦੀ ਆ, ਜਿਵੇਂ ਕਹਿੰਦੇ ਨੇ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਵੀ ਆਰਥਿਕਤਾ ਤੇ ਰੱਖਦੀ ਆ। ਪਰ ਯਾਰ ਇਕੱਲੀ ਆਰਥਿਕਤਾ ਜੇ ਸਾਡੇ ਸਿਰ ਚੜ੍ਹ ਕੇ ਬੋਲੂਗੀ ਤਾਂ ਜੇ ਅਸੀਂ ਜੀਵ ਜੰਤੂਆਂ ਦਾ, ਮਨੁੱਖਾਂ ਦਾ ਹੀ ਘਾਣ ਕਰਨ ਲੱਗ ਗਏ, ਫਿਰ ਤਾਂ ਬਹੁਤ ਸਾਡੇ ਲਈ ਮਾੜੀ ਗੱਲ ਆ। ਬਹੁਤ ਜਿਹੜਾ ਇਸ ਵਾਰ ਤਾਂ ਨਾ ਜਿਹੜਾ ਸਹੀ ਮੈਨੇ 'ਚ ਦਿਲ ਰੋ ਰਿਹਾ ਕਿ ਇਸ ਵਾਰ ਮੈਨੂੰ ਲੱਗਦਾ ਕਿ ਨੁਕਸਾਨ ਜ਼ਿਆਦਾ ਹੋਏ ਨੇ, ਬਹੁਤ ਨੁਕਸਾਨ ਹੀ ਬਹੁਤ ਹੋਏ ਨੇ। ਬਟਾਲੇ ਵਾਲਾ ਮਾਮਲਾ ਪਰਮਾਤਮਾ ਦੀ ਮਿਹਰ ਦੇ ਨਾਲ ਨੁਕਸਾਨ ਨਹੀਂ ਹੋਇਆ। ਜੇ ਤੁਸੀਂ ਸੋਚੋ ਉਹ ਭਰੀ ਬੱਚਿਆਂ ਦੀ ਬੱਸ ਡਿੱਗੀ ਸੀ ਉੱਥੇ, ਅੱਗ ਜਿੱਥੇ ਲੱਗੀ ਸੀ, ਤਾਂ ਕਿੱਡਾ ਨੁਕਸਾਨ ਹੋ ਸਕਦਾ ਸੀਗਾ। ਬਿਲਕੁਲ ਜੀ। ਇੱਕ ਨੁਕਸਾਨ ਉਹ ਆ ਜਿਹੜਾ ਅਸੀਂ ਮੀਡੀਆ 'ਚ ਦੇਖਦੇ ਹਾਂ ਨਾ, ਤੁਹਾਡੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ 'ਚ ਵੀ ਇੰਨੇ ਉਹ ਮਤਲਬ ਮਨੁੱਖਾਂ ਨੂੰ ਆਹ ਪ੍ਰੋਬਲਮ ਆਈ ਹੈ ਨਾ, ਕਿਤੇ ਜੋੜਾ ਜਿਹੜਾ ਹੈਗਾ ਅੱਗ ਦੇ ਵਿੱਚ ਸੜ ਗਿਆ ਜਾਂ ਜਿੱਦਾਂ ਹੀ। ਉਸ ਤੋਂ ਬਿਨਾਂ ਜਿਹੜੀਆਂ ਚੀਜ਼ਾਂ ਪਰਦੇ ਦੇ ਪਿੱਛੇ ਨੇ, ਕਿਉਂਕਿ ਇਹ ਜਿਹੜੀ ਧਰਤੀ ਹੈ ਨਾ, ਇਹ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਕਿ ਇਹ ਧਰਤੀ ਜਿਹੜੀ 84 ਲੱਖ ਜੂਨਾਂ, 184 ਮੇਦਨੀ ਤੁਝੀ ਤੇ ਹੋਈ, ਗੁਰੂ ਸਾਹਿਬ ਨੇ ਕਿਹਾ ਸੀ, ਇਹ ਸਾਡੀ ਸਾਰਿਆਂ ਦੀ ਸਾਂਝੀ ਧਰਤ ਸੀਗੀ। ਠੀਕ ਹੈ। ਉਹ ਅਸੀਂ ਇਹ ਸ਼ੇਅਰ ਕਰਨੀ ਸੀਗੀ ਸਾਰੇ ਜੀਵ ਜੰਤੂਆਂ ਨਾਲ, ਚਾਹੇ ਉਹ ਹਵਾ ਚ ਉੱਡਦੇ ਜਿਹੜੇ ਹੈਗੇ ਚਿੜੀਆਂ, ਪੰਛੀ, ਇੱਲਾਂ ਨੇ, ਚਾਹੇ ਸਮੁੰਦਰਾਂ ਦੇ ਵਿੱਚ ਪੂੰਗ ਤੋਂ ਲੈ ਕੇ ਵੱਡੀਆਂ ਮੇਲ ਮੱਛੀਆਂ ਨੇ, ਜਾਂ ਧਰਤੀ ਤੇ ਰਹਿੰਦੇ ਜੀਵ ਜੰਤੂ ਤੇ ਸਭ ਕੁਝ। ਹੁਣ ਸਮੱਸਿਆ ਇਹ ਹੋ ਗਈ ਵੀ ਮਨੁੱਖ ਨੂੰ ਲੱਗਣ ਲੱਗਾ ਕਿ ਇਹ ਤਾਂ ਸਾਰਾ ਕੁਝ ਰੱਬ ਨੇ ਮੇਰੇ ਲਈ ਬਣਾਇਆ। ਉਹਦੇ ਚੱਲਦਿਆਂ ਉਹ ਇਦਾਂ ਦੇ ਕਾਰਜ ਕਰਨ ਲੱਗ ਗਿਆ ਕਿ ਅਸੀਂ ਜਦੋਂ ਇੱਕ ਦਰਖਤ ਸੜਦਾ ਨਾ, ਐਤਕੀ ਤਾਂ ਬਹੁਤ ਲੱਖਾਂ ਕਰੋੜਾਂ ਸੜਿਆ ਨਾ, ਇੱਕ ਦਰਖਤ ਸੜਦਾ ਉਹਦੇ ਤੇ ਪਤਾ ਹੀ ਨਹੀਂ ਅਸੀਂ ਕਿੰਨੇ ਜਿਹੜੇ ਸੂਖਮ ਜੀਵ ਜੰਤੂਆਂ ਤੋਂ ਲੈ ਕੇ ਕਿੰਨੇ ਪੰਛੀਆਂ ਦੇ ਬੋਟ ਤੱਕ ਅਸੀਂ ਸਾੜਦੇ ਨੇ। ਔਰ ਤਸਵੀਰਾਂ ਵੀ ਇਦਾਂ ਦੀਆਂ ਆਈਆਂ ਨੇ। ਖੈਰ, ਆਪਾਂ ਡਾਕਟਰ ਸਾਹਿਬ ਨੇ ਸਾਡੇ ਨਾਲ ਨਿਰੋਗ ਕਾਇਆ ਸੈਂਟਰ ਤੋਂ ਨੇ ਡਾਕਟਰ, ਲਗਾਤਾਰ ਗੱਲਬਾਤ ਕਰ ਰਹੇ ਆ ਕਿ ਕਿੰਨਾ ਨੁਕਸਾਨ ਹੋ ਰਿਹਾ। ਡਾਕਟਰ ਦੀਪਕ, ਤੁਹਾਡੇ ਤੋਂ ਵੀ ਥੋੜਾ ਸਮਝਣਾ ਚਾਹਾਂਗੇ, ਇਹਨਾਂ ਦਿਨਾਂ ਦੇ ਵਿੱਚ ਜਦੋਂ ਖਾਸ ਤੌਰ ਤੇ ਇਹ ਅੱਗਾਂ ਲਗਾਈਆਂ ਜਾਂਦੀਆਂ ਨੇ, ਮਨੁੱਖੀ ਸਰੀਰ ਦੇ ਉੱਤੇ ਹਾਨੀਆਂ ਕੀ ਨੇ ਤੇ ਕਿੰਨੇ ਕਿਸ ਤਰ੍ਹਾਂ ਦੇ ਕੇਸ ਨੇ ਜਿਹੜੇ ਖਾਸ ਤੌਰ ਤੇ ਸਾਹ ਤੇ ਅੱਖਾਂ ਦੇ ਰੋਗਾਂ ਦੇ ਨਾਲ ਪੀੜਿਤ ਲੋਕ ਤੁਹਾਡੇ ਤੱਕ ਆਉਂਦੇ ਨੇ?
ਦੇਖੋ, ਜਿਹੜੀ ਖੇਤੀ ਦੇ ਵਿੱਚ ਨਾੜ ਹੈ, ਜਿਹਨੂੰ ਆਪਾਂ ਵੇਸਟੇਜ ਕਹਿ ਦਈਏ, ਜਿਹੜੀ ਉਹ ਜਲਾਉਂਦੇ ਆ, ਉਹਦੇ ਵਿੱਚ ਮੈਂ ਕਹਿਣਾ ਚਾਹੂੰਗਾ ਜਿਹੜੀਆਂ ਉਹਦੇ ਵਿੱਚ ਗੈਸਿਸ ਨੇ ਜਦੋਂ ਜਲਾਉਂਦੇ ਆ, ਉਹ ਜਿਹੜੀ ਕਾਰਬਨ ਡਾਈਆਕਸਾਈਡ ਹੈ, ਚਾਹੇ ਕਾਰਬਨ ਮੋਨੋਆਕਸਾਈਡ ਹੈ, ਚਾਹੇ ਉਹ ਸਲਫਰ ਹੈ, ਚਾਹੇ ਨਾਈਟ੍ਰੋਜਨ ਹੈ, ਜਿਹੜੀਆਂ ਇਹ ਜਿੱਥੇ ਹਿਊਮਨ ਲਾਈਫ, ਜਿੱਥੇ ਪੋਲਿਊਸ਼ਨ ਕਰਦੀਆਂ, ਵਾਤਾਵਰਨ ਨੂੰ ਖਰਾਬ ਕਰਦੀਆਂ, ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਇਫੈਕਟ ਜਿਹੜਾ ਹਿਊਮਨ ਲਾਈਫ ਤੇ ਕਰਦੀਆਂ, ਮਨੁੱਖੀ ਜੀਵਨ ਤੇ। ਉਹ ਕਿੱਥੇ ਕਿੱਥੇ ਜਦੋਂ ਇਸ ਤਰ੍ਹਾਂ ਦਾ ਧੂਆਂ, ਜਿਹੜੀਆਂ ਗੈਸਿਸ ਨੇ, ਉਹ ਆਦਮੀ ਦੇ, ਜਿਸ ਤਰ੍ਹਾਂ ਦੇ ਤੁਸੀਂ ਲੈ ਲਓ ਐਗਜ਼ਾਮਪਲ ਤੌਰ ਤੇ ਹਾਰਟ ਦੇ ਪੇਸ਼ੈਂਟ ਨੇ, ਜਿਹੜਾ ਹਾਰਟ ਪੇਸ਼ੈਂਟ ਹੈ ਉਹਨੂੰ ਬੜੀ ਦਿੱਕਤ ਆ ਜਾਂਦੀ ਹੈ, ਔਰ ਨਵੇਂ ਹਾਰਟ ਦੇ ਪੇਸ਼ੈਂਟ ਵੀ ਆਉਂਦੇ ਨੇ ਇਹਦੇ ਨਾਲ, ਜੀ ਪੋਲਿਊਸ਼ਨ ਨਾਲ। ਹੁੰਦਾ ਕੀ ਹੈ, ਕੰਟੇਜ ਜਾਂਦੀ ਹੈ, ਘਟ ਜਾਂਦੀ ਹੈ, ਲੰਗਸ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ, ਬਲੱਡ ਨਹੀਂ ਮਿਲਦਾ, ਉਹਦੇ ਕਰਕੇ ਜਾ ਕੇ ਇਹ ਪ੍ਰੋਬਲਮਸ ਆਉਂਦੀਆਂ। ਇਸੇ ਤਰ੍ਹਾਂ ਆਈਜ਼ ਹੈ, ਆਈਜ਼ ਦੇ ਵਿੱਚ ਬਹੁਤ ਜਲਨ ਹੁੰਦੀ ਹੈ, ਔਰ ਕਈ ਵਾਰੀ ਕਈ ਦਿਨ ਜਿਹੜਾ ਪੇਸ਼ੈਂਟ ਹੈ ਉਹਨੂੰ ਸਹੀ ਤੌਰ ਤੇ ਨਜ਼ਰ ਨਹੀਂ ਆਉਂਦਾ, ਔਰ ਕੁਝ ਸਮੇਂ ਬਾਅਦ ਉਹਦੇ ਆਈਜ਼ ਉਹ ਵੀ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ, ਬੜੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਬਾਅਦ ਚ, ਔਰ ਖਾਸ ਕਰਕੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ। ਔਰ ਦੂਸਰਾ ਮੈਂ ਉਹ ਕਹੂੰਗਾ, ਲੰਗਸ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ, ਟੀਬੀ ਹੈ, ਦਮਾ ਹੈ, ਖਾਂਸੀ, ਗਲੇ ਦੀ ਪ੍ਰੋਬਲਮ ਹੈ, ਉਹ ਪੇਸ਼ੈਂਟ ਇਸ ਦਿਨਾਂ ਚ ਆ ਕੇ ਬਹੁਤ ਅਫੈਕਟਡ ਹੁੰਦੇ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਉਹਨਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ, ਉਹਨਾਂ ਨੂੰ ਕਈ ਵਾਰੀ ਆਕਸੀਜਨ ਲਗਾਉਣੀ ਪੈਂਦੀ, ਕਿਉਂਕਿ ਉਹਨਾਂ ਨੂੰ ਪ੍ਰੋਪਰ ਲੰਗਸ ਦੇ ਜਿਹੜੇ ਆਕਸੀਜਨ ਨਹੀਂ ਮਿਲਦੀ, ਉਹਦੇ ਕਰਕੇ ਉਹਨਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਆਉਂਦੀ ਹੈ। ਇਹ ਅੱਜ ਬਹੁਤ ਚਿੰਤਾ ਦਾ ਵਿਸ਼ਾ ਹੈ। ਔਰ ਸਕਿਨ ਪ੍ਰੋਬਲਮ ਬੜੀਆਂ ਦੇ ਨਾਲ, ਸਕਿਨ ਡਿਜ਼ੀਜ਼ ਜਿਹੜੀਆਂ ਹੈ, ਦਾਣੇ ਹੋ ਜਾਂਦੇ ਆ ਮੂੰਹ ਤੇ, ਬਾਹਾਂ ਤੇ ਦਾਣੇ, ਖਾਂਸੀ ਤੇ ਉਹ ਇਲਾਵਾ ਸਕਿਨ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ, ਪ੍ਰੋਬਲਮ ਹੈ, ਔਰ ਬਹੁਤ ਈਚਿੰਗ ਹੁੰਦੀ ਹੈ, ਫਿੰਸੀਆਂ ਹੋ ਜਾਂਦੀਆਂ। ਇਸ ਕਰਕੇ ਅੱਛਾ ਕਿ ਅਸੀਂ ਜਿੱਥੇ ਡਾਕਟਰ ਸਾਹਿਬ, ਇਹਦੇ ਤੋਂ ਬਚਾਅ ਦੇ ਲਈ ਚਲੋ ਕਿਸਾਨਾਂ ਨੂੰ ਤਾਂ ਲਗਾਤਾਰ ਸਮਝਾਇਆ ਜਾ ਹੀ ਰਿਹਾ, ਜਿਹੜੇ ਭਰਾ ਲਾਉਂਦੇ ਨੇ, ਇਹ ਚੀਜ਼ਾਂ ਹੋ ਰਹੀਆਂ ਨੇ, ਤੇ ਇਹਦੇ ਤੋਂ ਬਚਾਅ ਦੇ ਲਈ ਵੈਸੇ ਬਜ਼ੁਰਗਾਂ ਦੇ ਲਈ ਤੇ ਖਾਸ ਤੌਰ ਤੇ ਬੱਚਿਆਂ ਦੇ ਲਈ ਕੋਈ ਘਰੇਲੂ ਖਾਸ ਤੌਰ ਤੇ ਕੋਈ ਟਿਪਸ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੋ? ਬਿਲਕੁਲ, ਟਿਪਸ ਤਾਂ ਚਲੋ ਮੈਂ ਸਾਂਝੀਆਂ ਕਰਦਾ, ਪਰ ਉਸ ਤੋਂ ਪਹਿਲਾਂ ਜਿਹੜੇ ਹੁਣ ਦੇਖੋ ਮੋਗਾ, ਰਾਏਕੋਟ, ਬਟਾਲਾ ਇੰਨੇ ਮਿਸ ਹੈਪਨਿੰਗ ਹੋਈਆਂ, ਇਹ ਬਹੁਤ ਵੱਡੀ ਅੱਜ ਵਿਸ਼ੇ ਹੈ। ਠੀਕ ਹੈ, ਅਸੀਂ ਟਿਪਸ ਲੈ ਲਾਂਗੇ, ਜਦੋਂ ਇੰਨਾ ਜ਼ਿਆਦਾ ਧੂਆਂ ਹੋ ਜਾਂਦਾ, ਜਦੋਂ ਉਹਨੂੰ ਨਜ਼ਰ ਨਹੀਂ ਆਉਂਦਾ, ਟਿਪਸ ਉੱਥੇ ਕੁਝ ਵੀ ਕੰਮ ਕਰਦੇ। ਠੀਕ ਹੈ ਕਿ ਅਸੀਂ ਅਵੇਅਰ ਰਹਿਣਾ, ਜਾਗਰੂਕ ਰਹਿਣਾ ਚਾਹੀਦਾ ਕਿ ਉਸ ਤੋਂ ਪ੍ਰੋਬਲਮਸ ਕ੍ਰੀਏਟ ਨਾ ਹੋਣ। ਸਭ ਤੋਂ ਪਹਿਲਾਂ ਤਾਂ ਜਿਹੜਾ ਮਾਸਕ ਜਿਹੜਾ ਲਗਾਉਣਾ ਚਾਹੀਦਾ, ਸਭ ਤੋਂ ਪਹਿਲਾਂ ਸ਼ੇਰ ਕੇ ਜਿੱਥੇ ਵੀ ਗ੍ਰੀਨਰੀ ਹੈ, ਗਹਿਰੇ ਲੰਬੇ ਸਾਹ ਲੈਣੇ ਚਾਹੀਦੇ ਆ, ਉਹਨਾਂ ਨੂੰ ਇਮਿਊਨਿਟੀ ਜਿਹੜੀ ਹੈ ਉਹ ਲੈਵਲ ਵੱਧਦਾ ਹੈ। ਔਰ ਗਰਮ ਪਾਣੀ ਚਾਹੀਦਾ, ਔਰ ਰਾਤ ਨੂੰ ਜਿਸ ਤਰ੍ਹਾਂ ਖਾਂਸੀ, ਨਜ਼ਲਾ, ਜ਼ੁਕਾਮ ਹੈ, ਥੋੜਾ ਜਿਹਾ ਗੁੜ ਵੀ ਖਾ ਲੈਣਾ ਚਾਹੀਦਾ, ਉਹ ਵੀ ਬਹੁਤ ਅੱਛੀ ਚੀਜ਼। ਔਰ ਮਾਰਨਿੰਗ ਤੁਲਸੀ ਦੇ 4-5 ਪੱਤੇ ਖਾਲੀ ਪੇਟ ਜ਼ਰੂਰ ਲੈਣੇ ਚਾਹੀਦੇ। ਠੀਕ ਹੈ। ਚਲੋ, ਸਾਡੇ ਨਾਲ ਐਡਵੋਕੇਟ ਮਨਵੀਰ ਕੌਰ ਰਾਹੀ ਜੀ ਵੀ ਨੇ, ਔਰ BKU ਲੱਖੋਵਾਲ ਨਾਲ ਵੀ ਇਹ ਜੁੜੇ ਹੋਏ ਨੇ। ਰਾਹੀ ਜੀ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਵੀ ਲੋਕ ਕਹਿੰਦੇ ਨੇ ਕਿ ਕਿਸਾਨ ਜਥੇਬੰਦੀਆਂ ਤੋਂ ਬਹੁਤ ਉਮੀਦਾਂ ਨੇ, ਕਿ ਕਿਸਾਨ ਜਥੇਬੰਦੀਆਂ ਜਦੋਂ ਕੋਈ ਕਿਸਾਨਾਂ ਦੇ ਵਿਰੋਧ ਦੀ ਗੱਲ ਹੁੰਦੀ ਹੈ ਤਾਂ ਬਹੁਤ ਆਵਾਜ਼ ਬੁਲੰਦ ਕਰਦੀਆਂ ਨੇ। ਕਹਿੰਦੇ ਕਿ ਇੱਥੇ ਵੀ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ, ਇਸ ਪਾਸੇ ਵੱਲ ਤੋਰਨਾ ਚਾਹੀਦਾ ਕਿ ਆਪਾਂ ਅੱਗ ਨਾ ਲਗਾਈਏ, ਬਹੁਤ ਵੱਡੇ ਨੁਕਸਾਨ ਹੋ ਰਹੇ ਨੇ, ਕਿਉਂਕਿ ਉਸੇ ਹਵਾ ਦੇ ਵਿੱਚ ਸਾਹ ਸਭ ਨੇ ਲੈਣਾ। ਗਗਨ ਜੀ, ਸਾਡਾ ਜਿਹੜਾ ਪੰਜਾਬ ਹੈਗਾ, ਸਾਡੇ ਗੁਰੂਆਂ ਨੇ ਵੀ ਕਿਹਾ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਨੋ ਡਾਊਟ, ਜਦੋਂ ਆਪਾਂ ਪ੍ਰਦੂਸ਼ਣ ਦੇ ਪੱਖ ਤੋਂ ਦੇਖੀਏ, ਜਦੋਂ ਇੱਕ ਕਿਸਾਨ ਖੇਤ ਨੂੰ ਅੱਗ ਲਾਉਂਦਾ ਹੈ ਤਾਂ ਟੈਂਪਰੇਚਰ ਵੀ ਹੀਟ ਅਪ ਹੁੰਦਾ ਹੈ ਤੇ ਉਹਦਾ ਮੈਟਰ ਵੀ ਜ਼ਿਆਦਾ ਗਰਮ ਹੋ ਜਾਂਦਾ ਹੈ। ਅਸੀਂ ਵੀ ਹਮੇਸ਼ਾ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਖੇਤ ਨੂੰ ਅੱਗ ਨਾ ਲਾਓ, ਪਰ ਇਹ ਕਿਸਾਨ ਦੀ ਮਜਬੂਰੀ ਹੈ। ਅਗਰ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਦੇਖੋਗੇ ਨਾ, ਇੱਕ ਤਾਂ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨਦੀਨ ਨਾਸ਼ਕ ਦਵਾਈਆਂ ਮਿਲਦੀਆਂ ਨੇ, ਉਹ ਉਹਨਾਂ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ। ਕਿਸਾਨ ਦਾ ਇਹ ਮਕਸਦ ਹੁੰਦਾ ਹੈ ਕਿ ਜਦੋਂ ਉਹ ਖੇਤ ਨੂੰ ਅੱਗ ਲਾਉਂਦਾ ਗਾ ਤਾਂ ਉਹਦੇ ਵਿੱਚ ਜਿੰਨੇ ਵੀ ਨਦੀਨ ਹੁੰਦੇ ਨੇ ਉਹਦੇ ਬੀ ਮੱਚ ਜਾਂਦੇ ਨੇ। ਜਦੋਂ ਬੀ ਮੱਚ ਜਾਂਦੇ ਨੇ ਤੇ ਉਹ ਦੁਬਾਰਾ ਰੀਪਰੋਡਕਟਿਵਿਟੀ ਨਹੀਂ ਹੁੰਦੀ। ਜਿੱਦਾਂ ਸਾਡੇ ਖੇਤਾਂ ਦੇ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ, ਪੰਜਾਬ ਦੇ ਖੇਤਾਂ ਦੇ ਵਿੱਚ ਹੋਰ ਵੀ ਨਦੀਨ ਨੇ। ਦੂਸਰੀ, ਕਈ ਕਹਿੰਦੇ ਨੇ ਕਿ ਵੀ ਸਿੱਧਾ ਝੋਨਾ ਲਾਓ। ਸਿੱਧਾ ਝੋਨਾ ਕਈ ਲੋਕਾਂ ਨੇ ਲਾ ਕੇ ਵੀ ਦੇਖਿਆ ਤੇ ਉਹਨੂੰ ਇੱਕ ਪ੍ਰੈਕਟੀਕਲ ਕਰਕੇ ਦੇਖਿਆ, ਪਰ ਸਿੱਧੇ ਝੋਨੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਆ ਕਿ ਜਦੋਂ ਝੋਨਾ ਲੱਗ ਜਾਂਦਾ, ਜਿਹੜੇ ਕਣਕ ਦੇ, ਪਹਿਲਾਂ ਤਾਂ ਕਣਕ ਦੇ ਨਾੜ ਦੀ ਤੂੜੀ ਬਣ ਜਾਂਦੀ ਹੈ, ਉਹਦੇ ਤੋਂ ਮਗਰ ਛੋਟੇ ਛੋਟੇ ਕਰਚੇ ਰਹਿ ਜਾਂਦੇ ਨੇ। ਇਹ ਅੱਗ ਜਿਹੜੀ
ਸਿਰਫ ਕਰਚਿਆਂ ਨੂੰ ਲਾਈ ਜਾਂਦੀ ਹੈ। ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਖੇਤੀ ਯੂਨੀਵਰਸਿਟੀ ਹੈ, ਖੇਤੀਬਾੜੀ ਯੂਨੀਵਰਸਿਟੀ ਹੈ, ਇਹ ਕਹਿੰਦੀ ਹੈ ਕਿ ਆਪਣੇ ਖੇਤ ਦੇ ਵਿੱਚ ਕੰਪਿਊਟਰ ਕਰਾ ਲਾਓ, ਕੰਪਿਊਟਰ ਕਰਾ ਲਾਉਣ ਤੋਂ ਬਾਅਦ ਹੀ ਤੁਸੀਂ ਬੀਜ ਬੀਜੋ। ਹਾਂਜੀ, ਤੇ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕਿਸਾਨ ਬਿਨਾਂ ਇਹਨੂੰ ਅੱਗ ਲਾਏ ਤਾਂ ਉਹਨੂੰ ਵੀ ਮਾਰਨਾ ਪੈਂਦਾ। ਪਰ ਰਾਹੀ ਜੀ ਮਾਹਰ ਇਹ ਚੀਜ਼ ਕਹਿੰਦੇ ਨੇ ਕਿ ਵਿੱਚੇ ਵੀ ਜੇ ਤੁਸੀਂ ਵਾਹ ਦੋ ਤਾਂ ਉਹਦਾ ਵੀ ਫਾਇਦਾ ਇਹਦੇ ਨਾਲ, ਤਾਂ ਕਹਿੰਦੇ ਉਪਜਾਊ ਸ਼ਕਤੀ ਬਹੁਤ ਘਟਦੀ ਹੈ, ਮਿੱਤਰ ਕੀੜਿਆਂ ਦਾ ਨੁਕਸਾਨ ਹੁੰਦਾ ਹੈ, ਬਾਕੀ ਜਿਹੜੇ ਤੁਹਾਨੂੰ ਪਤਾ ਹੀ ਹੈ ਜਿਹੜੇ ਨੁਕਸਾਨ ਹੋ ਰਹੇ ਨੇ। ਨੁਕਸਾਨ ਦੇਖੋ, ਕਿਸਾਨ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਕਿਸਾਨ ਕਦੇ ਨਹੀਂ ਚਾਹੁੰਦਾ ਕਿ ਵੀ ਆਪਣੀ ਜ਼ਮੀਨ ਨੂੰ ਸਾੜੇ। ਇਹ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਕਿਸਾਨ ਨੂੰ ਡੀਜ਼ਲ ਸਸਤਾ ਕਰ ਦੇਣ। ਦੇਖੋ ਫੋਰਨ ਕੰਟਰੀ ਦੀ ਪਰ ਰਾਹੀ ਜੀ ਇੱਕ ਪੱਖ ਇਹ ਵੀ ਹੈ ਕਿ ਕੁਝ ਕਿਸਾਨ, ਅਸੀਂ ਇੰਟਰਵਿਊ ਵੀ ਕੀਤੀਆਂ ਨੇ, ਸਾਡੇ ਤੱਕ ਉਹ ਚੀਜ਼ਾਂ ਪਹੁੰਚੀਆਂ ਵੀ ਨੇ, ਉਹ ਕਹਿੰਦੇ ਕਿ ਅਸੀਂ ਅੱਗ ਨਹੀਂ ਲਾਉਂਦੇ ਪਿਛਲੇ ਕਈ ਸਾਲਾਂ ਤੋਂ, ਤੇ ਸਾਨੂੰ ਸਗੋਂ ਉਪਜਾਊ ਸ਼ਕਤੀ ਵਧੀ ਹੈ ਧਰਤੀ ਦੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਇਹਦੇ ਉੱਤੇ। ਸਾਡੇ ਨਾਲ ਲੱਖੇਵਾਲੀ ਜੀ ਮੌਜੂਦ ਨੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਸੁਣੇ ਉਹਨਾਂ ਦੀ ਗੱਲ ਜੋ ਰਾਹੀ ਜੀ ਕਹਿ ਰਹੇ ਨੇ, ਕਹਿੰਦੇ ਕਿਸਾਨ ਦੀ ਮਜਬੂਰੀ ਹੈ ਚੀਜ਼ਾਂ ਸਸਤੀਆਂ ਕਰ ਦੇਣ, ਉਹ ਸਰਕਾਰਾਂ ਤੇ ਘੁੰਮ ਫਿਰ ਕੇ ਗੱਲ ਆ ਜਾਂਦੀ ਹੈ। ਮੈਨੂੰ ਲੱਗਦਾ ਕਿ ਇੱਛਾ ਸ਼ਕਤੀ ਵੀ ਚਾਹੀਦੀ ਹੈ ਥੋੜੀ ਜਿਹੀ। ਉਹ ਦੇਖੋ ਕਿਸਾਨ ਦੀਆਂ ਮਜਬੂਰੀਆਂ ਨੇ, ਇਸ ਗੱਲ ਨਾਲ ਮੈਂ ਸਹਿਮਤ ਹਾਂ ਉਹਨਾਂ ਦੇ ਨਾਲ। ਠੀਕ ਹੈ। ਪਰ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਵੀ ਆਪਾਂ ਨਦੀਨ ਦਾ ਬੀ ਖਤਮ ਕਰਨ ਵਾਸਤੇ ਅਸੀਂ ਅੱਗ, ਇਹ ਟੈਕਨੋਲੋਜੀ ਤਾਂ ਸੰਸਾਰ ਦੇ ਵਿੱਚ ਕਿਤੇ ਯੂਜ਼ ਹੀ ਨਹੀਂ ਹੁੰਦੀ ਕਿਤੇ ਵੀ। ਔਰ ਜੇ ਕਹੀਏ ਆਪਾਂ ਕਰਜ਼ਾ ਪੰਜਾਬ 'ਚ ਹੈਗਾ, ਮਤਲਬ ਬਹੁਤ ਮੰਦਭਾਗੀ ਗੱਲ ਆ, ਮੈਂ ਇਸ ਗੱਲ ਨੂੰ ਮੰਨਦਾ। ਔਰ ਬਾਕੀ ਹੋਰ ਕੰਟਰੀਜ਼ 'ਚ ਵੀ ਜਿਹੜੀਆਂ ਹੈਗੀਆਂ, ਕੋਈ ਐਗਰੀਕਲਚਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਖੁਸ਼ ਨਹੀਂ ਹੈਗੇ, ਸਾਰੇ ਹੀ ਸਟਰਗਲ ਕਰ ਰਹੇ ਆ। ਔਰ ਈਵਨ ਸਾਰੇ ਹੀ ਵੱਖ-ਵੱਖ ਵਰਗਾਂ ਦੇ ਲੋਕ ਸਟਰਗਲ ਕਰਦੇ ਆ। ਔਰ ਈਵਨ ਜਿਹੜੀ ਜੋ ਹੁਣ ਕਣਕ ਤੇ ਝੋਨੇ ਦੀ ਨਾੜ ਦੀ ਗੱਲ ਕਰਦੇ ਆ, ਕਣਕ ਦੀ ਨਾੜ ਨੂੰ ਤਾਂ ਕੋਈ ਅੱਗ ਲਾਉਂਦਾ ਹੀ ਨਹੀਂ ਸੀਗਾ, ਇਹ ਤਾਂ ਰੁਝਾਨ ਹੀ ਹੁਣ ਪਿੱਛੇ ਸ਼ੁਰੂ ਹੋਇਆ। ਔਰ ਜਿਹੜਾ ਦੇਖੋ, ਮੰਨ ਲਓ ਅਸੀਂ 1000-1500 ਰੁਪਇਆ ਅੱਗ ਦੀ ਤੀਲੀ ਲਾ ਕੇ ਬਚਾ ਲਿਆ, ਉਹਦੇ ਇਵਜ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੇ ਬੰਦੇ ਨੇ, ਕਿਸੇ ਨੇ ਡੀਐਮਸੀ ਦੇ ਡਾਕਟਰ ਨੂੰ ਪ੍ਰਾਈਵੇਟ ਦਿਖਾਉਣਾ ਤਾਂ 800 ਤੋਂ 1000 ਰੁਪਇਆ ਉਹਦੀ ਫੀਸ ਹੈ, 2-4 ਟੈਸਟ ਨੇ, ਮਤਲਬ ਇੱਕ ਸਿੰਗਲ ਵਿਜ਼ਿਟ ਹੀ 4-5000 ਚ ਪੈ ਜਾਂਦੀ ਹੈ। ਅੱਛਾ ਲੱਖੇਵਾਲ ਜੀ, ਇੱਕ ਚੀਜ਼ ਹੋਰ, ਇੱਕ ਆਪਾਂ ਮੋਟੇ ਤੌਰ ਤੇ ਇੱਕ ਕਿੱਲੇ ਦੇ ਵਿੱਚ ਲਾਈਏ, ਕਿੰਨਾ ਕੁ ਡੀਜ਼ਲ ਲੱਗ ਜੂਗਾ? ਜਿਵੇਂ ਰਾਹੀ ਜੀ ਕਹਿ ਰਹੇ ਸੀਗੇ ਕਿ ਡੀਜ਼ਲ ਸਸਤਾ ਹੋ ਜਾਏ, ਕਿੰਨਾ ਕੁ ਲੱਗ ਜਾਏਗਾ ਡੀਜ਼ਲ? ਜਿਹੜੀ ਕਣਕ ਦੀ ਜਿਹੜੀ ਮੈਨੇਜਮੈਂਟ ਵਾਲਾ ਕੋਈ ਜਿਹੜਾ ਹੈਗਾ, ਜੋ ਵੀ ਆਪਾਂ ਤਰੀਕੇ ਕਹਿ ਲਈਏ, ਤਾਂ ਉਹ ਜਿਹੜਾ ਰੂਟੀਨ ਨਾਲੋਂ 1.5-2000 ਰੁਪਏ ਦਾ ਖਰਚਾ ਜ਼ਿਆਦਾ ਮੰਨਿਆ ਜਾਂਦਾ। ਅੱਛਾ। ਤੇ ਪਰ ਉਹਨੂੰ ਬਚਾਉਂਦੇ ਅਸੀਂ ਜਿਹੜੀਆਂ ਹੋਰ ਨੁਕਸਾਨ ਅਸੀਂ ਕਿੰਨਾ ਕਰ ਰਹੇ। ਜਿਹੜੀ ਧਰਤੀ ਹੈ ਨਾ, ਜਿਹਨੂੰ ਅਸੀਂ ਮਿੱਟੀ ਕਹਿੰਦੇ ਆ, ਮਿੱਟੀ ਜਿਉਂਦੀ ਹੀ ਚੰਗੀ ਹੈ। ਜਿਉਂਦੀ ਤੋਂ ਭਾਵ ਉਹਦੇ ਵਿੱਚ ਸੂਖਮ ਜੀਵ ਹੈ। ਉਹ ਜਿਵੇਂ ਮੈਂ ਅਕਸਰ ਜਿਵੇਂ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਵੀ ਇੱਕ ਮੁੱਠੀ ਜਿਹੜੀ ਹੈਗੀ ਆ ਮਿੱਟੀ ਹੈ ਨਾ, ਉਹਦੇ ਵਿੱਚ ਵੀ ਸਾਡੇ ਕੋਲ ਲੱਖਾਂ ਕਰੋੜਾਂ ਜੀਵਾਣੂ ਆ। ਉਹ ਜਦੋਂ ਉੱਪਰਲੀ ਤਹਿ ਤਪ ਜਾਂਦੀ ਆ, ਉਹ ਸਾਰੇ ਜੀਵ ਜੰਤੂ ਉਹ ਸੜ ਜਾਂਦੀ ਆ। ਔਰ ਤੁਸੀਂ ਇਹ ਦੇਖੋ ਵੀ ਐਤਕੀ ਤਾਂ ਰੋਡ ਸਾਈਡ ਜਿਹੜੇ ਇੰਨੇ ਦਰਖਤ ਸੜੇ ਨੇ, ਇੰਨੇ ਦਰਖਤਾਂ ਦੇ ਉੱਪਰ ਕਿੰਨੇ ਪੰਛੀ, ਜੀਵ ਜੰਤੂ, ਜਿਹੜੀ ਉੱਪਰਲੀ ਲੇਅਰ ਆ, ਮਤਲਬ ਜੇ ਅਸੀਂ ਕਾਊਂਟ ਕਰਨ ਲੱਗ ਜਾਈਏ ਨਾ, ਉਹਦੀ ਮਤਲਬ ਸਾਡੇ ਕੋਲ ਮੈਨੂੰ ਲੱਗਦਾ ਕੈਲਕੂਲੇਟਰ ਦਾ ਜਿਹੜੀਆਂ ਬਿੰਦੀਆਂ ਖਤਮ ਹੋ ਜਾਣਗੀਆਂ, ਜਿਸ ਹਿਸਾਬ ਨਾਲ ਇਸ ਵਾਰ ਜਿੰਨੇ ਜੀਵ ਜੰਤੂ ਦਾ ਘਾਣ ਹੋਇਆ। ਔਰ ਇਹ ਇਸ ਗੱਲ ਨੂੰ ਮੈਂ ਖੁਦ ਇੱਕ ਪਿੰਡ ਦਾ ਵਾਸੀ ਹਾਂ, ਔਰ ਸਾਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਜਿਹੜੀ ਅੱਗ ਲਾਉਣ ਦਾ ਰੁਝਾਨ ਹੈਗਾ, ਇਹ ਕੋਈ ਬੜਾ ਵਧੀਆ ਰੁਝਾਨ ਨਹੀਂ ਹੈਗਾ, ਜਿਹਦੇ ਨਾਲ ਅਸੀਂ ਸਾਰੇ ਹੀ ਪ੍ਰੋਬਲਮ ਚ ਆਏ ਹੋਏ ਆ। ਖੁਦ ਆਏ ਥੋੜਾ ਵੀ ਹੁਣ ਡੀਐਮਸੀ ਦੇ ਵਿੱਚ। ਅੱਛਾ, ਇੱਕ ਚੀਜ਼ ਇਹ ਵੀ ਚੀਜ਼ ਮੰਨੀ, ਜਿਵੇਂ ਤੁਸੀਂ ਕਿ ਇਹ ਅੱਜ ਤੋਂ ਕਹਿੰਦੇ 15-20 ਸਾਲ ਪਹਿਲਾਂ ਰੁਝਾਨ ਨਹੀਂ ਸੀਗਾ, ਜਿਵੇਂ ਬਜ਼ੁਰਗ ਦੱਸਦੇ ਆ, ਜਿਵੇਂ ਸੁਣੀਦਾ, ਉਦੋਂ ਫਿਰ ਕਿਹੜੇ ਤਰੀਕੇ ਸੀਗੇ? ਐਕਚੁਅਲੀ ਡੀਜ਼ਲ ਸਸਤਾ ਸੀਗਾ, ਹਰੇਕ ਚੀਜ਼ ਦੀ ਜਿਹੜੀ ਆਮ ਦੋ ਚੀਜ਼ਾਂ ਹੋਈਆਂ ਜੀ। ਇੱਕ ਤਾਂ ਜਿਹੜੀ ਕਾਸਟ ਹਰ ਚੀਜ਼ ਦੀ ਬਹੁਤ ਜ਼ਿਆਦਾ ਵੱਧ ਗਈ ਆ, ਜਿਵੇਂ ਹੁਣ ਡੀਜ਼ਲ ਅਫੋਰਡ ਕਰਨਾ ਹਰੇਕ ਬੰਦੇ ਲਈ ਪੋਸੀਬਲ ਨਹੀਂ ਹੋ ਰਿਹਾ, ਹਨਾ। ਇੱਕ ਜਿਹੜਾ ਅਸੀਂ ਲੋਕਾਂ ਨੇ, ਸਾਰਿਆਂ ਨੇ, ਇਹ ਮੈਂ ਗੱਲ ਨਹੀਂ ਕਿਸਾਨਾਂ ਨੂੰ ਨਹੀਂ ਕਹਿ ਰਿਹਾ, ਅਸੀਂ ਵੀ ਜਿਹੜੇ ਲੋਕ ਸ਼ਹਿਰਾਂ 'ਚ ਵੀ ਰਹਿੰਦੇ ਆ ਜਾਂ ਜੌਬ ਕਰਦੇ ਆ, ਕੋਈ ਦੁਕਾਨ ਚਲਾਉਂਦਾ, ਅਸੀਂ ਜਿਹੜਾ ਆਪਦਾ ਲਾਈਫ ਸਟਾਈਲ ਬੜਾ ਨਾ ਕੰਪਲੈਕਸ ਕਰ ਲਿਆ। ਉਹ ਲਾਈਫ ਸਟਾਈਲ ਕੰਪਲੈਕਸ ਕਰਦੇ ਜਿਹੜੀਆਂ ਚੀਜ਼ਾਂ ਦੀ ਲੋੜ ਸਾਨੂੰ ਨਹੀਂ ਵੀ ਸੀ, ਅਸੀਂ ਉਹ ਵੀ ਅਡਾਪਟ ਕਰ ਲਈਆਂ, ਔਰ ਖਰਚੇ ਬਹੁਤ ਵੱਧ ਗਏ। ਤੇ ਜਿਹੜੀ ਸਾਡੀ ਓਵਰਆਲ ਜਿਹੜਾ ਦਾਰੋਮਦਾਰ ਆ ਉਹ ਵਿਗੜ ਗਿਆ। ਹੁਣ ਬੜੇ ਲੋਕ ਜਿੱਦਾਂ ਮੈਡਮ ਗੱਲ ਕਰ ਰਹੇ ਸੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਇਹਨੂੰ ਕਿਸਾਨਾਂ ਦੇ ਸੰਦਰਭ 'ਚ ਵੀ ਆਪਾਂ ਜੋੜ ਕੇ ਦੇਖ ਸਕਦੇ ਆ। ਔਰ ਇੱਕ ਹੋਰ ਬੜੀ ਜਿਹੜੀ ਅਹਿਮ ਚੀਜ਼, ਬੜੀਆਂ ਚੀਜ਼ਾਂ ਕੁਦਰਤ ਨਾਲ ਜੁੜੀਆਂ ਹੋਈਆਂ, ਅਸੀਂ ਉਹਨੂੰ ਸਿੱਧੇ ਤੌਰ ਤੇ ਨਹੀਂ ਦੇਖਦੇ। ਜਦੋਂ ਦੀ
ਸਿੱਧੀ ਬਿਜਾਈ ਦੀ ਗੱਲ ਚੱਲਦੀ ਆ ਤੇ ਹਮੇਸ਼ਾ ਹੀ ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਕਹਿੰਦੇ ਵੀ ਚੂਹਿਆਂ ਦੀ ਪ੍ਰੋਬਲਮ ਬਹੁਤ ਆਉਂਦੀ ਆ ਹੈਨਾ, ਵੀ ਚੂਹੇ ਮਾਰ ਮੁਹਿੰਮ ਡਿਪਾਰਟਮੈਂਟ ਜਿਹੜਾ ਖੇਤੀਬਾੜੀ ਮਹਿਕਮਾ ਚਲਾਵੇ ਹੈਨਾ, ਇਹ ਕਰੇ। ਤੇ ਮੈਂ ਹਮੇਸ਼ਾ ਇੱਕ ਹੋਰ ਗੱਲ ਕਰਦਾ ਹੁੰਦਾ ਕਿ ਜਦੋਂ ਅੱਜ ਤੋਂ 10-20 ਸਾਲ ਪਹਿਲਾਂ ਜਦੋਂ ਰੁੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ ਸਾਡੇ ਪੰਜਾਬ ਦੇ ਵਿੱਚ, ਉਦੋਂ ਖਾਸ ਕਰਕੇ ਜਿਹਨੂੰ ਉੱਲੂ ਕਹਿ ਦਿੰਦੇ ਆਪਾਂ, ਉੱਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀਗੀ, ਸ਼ਿਕਰੇ ਹੁੰਦੇ ਸੀ, ਬਾਜ ਹੁੰਦੇ ਸੀ। ਇਹ ਚੀਜ਼ਾਂ ਖਤਮ ਹੋ ਗਈਆਂ, ਇਹ ਚੂਹਿਆਂ ਨੂੰ ਖਾ ਜਾਂਦੇ ਸੀ। ਉਹ ਮਤਲਬ ਤੁਸੀਂ ਇਹ ਗੱਲ ਨੂੰ ਸਾਨੂੰ ਸਮਝਣੀ ਪੈਣੀ ਹੈ ਕਿ ਜੇ ਹੁਣ ਅਸੀਂ ਰੁੱਖ ਵੱਢਤੇ ਨਾ ਤੇ ਰੁੱਖ ਤੇ ਉਹ ਕੱਲਾ ਉੱਲੂ ਹੀ ਡੇਲੀ ਦੇ 2-3 ਚੂਹੇ ਖਾ ਜਾਂਦਾ ਸੀ। ਹੁਣ ਉਹਨਾਂ ਦਾ ਹੈਬੀਟੈਟ ਹੀ ਨਹੀਂ ਰਿਹਾ, ਅੰਗਰੇਜ਼ੀ ਦਾ ਸ਼ਬਦ ਹੈਬੀਟੈਟ ਆ, ਉਹਨਾਂ ਦੇ ਰਹਿਣ ਬਸੇਰੇ ਅਸੀਂ ਛੱਡੇ ਨਹੀਂ। ਹੁਣ ਜਦੋਂ ਉਹਨਾਂ ਦੇ ਰਹਿਣ ਬਸੇਰੇ ਨਹੀਂ ਛੱਡੇ ਤਾਂ ਅਸੀਂ ਜਿਹੜਾ ਜੀਵਨ ਚੱਕਰ ਸੀਗਾ, ਜਿਹੜਾ ਕੁਦਰਤ ਨੇ ਬਣਾਇਆ ਹੋਇਆ ਸੀ ਨਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਫੂਡ ਚੇਨ ਕਹਿ ਦਿੰਦੇ ਆ, ਵੀ ਘਾਹ ਦੇ ਉੱਤੇ ਮੱਛਰ ਆਉਂਦਾ, ਮੱਛਰ ਨੂੰ ਡੱਡੂ ਖਾਂਦਾ, ਡੱਡੂ ਨੂੰ ਸੱਪ ਖਾਂਦਾ ਹੈ ਨਾ, ਸੱਪ ਨੂੰ ਇੱਲ ਖਾਂਦੀ ਆ, ਜਾਂ ਦੂਸਰੀ ਜਿਹੜੀ ਉਹ ਬੱਕਰੀ ਤੋਂ ਗਾਂ ਸ਼ੇਰ ਤੱਕ ਦੀ ਸੀ। ਹੁਣ ਅਸੀਂ ਆਪਦੇ ਇਸ ਤਰੱਕੀ ਦੇ ਮਾਡਲ 'ਚ ਕੀਤਾ ਕਿ ਬੰਦਾ ਕਹਿੰਦਾ ਘਾਹ ਵੀ ਮੈਂ ਮਾਰੂੰਗਾ, ਮੱਛਰ ਵੀ ਮੈਂ ਮਾਰੂੰਗਾ, ਹਰੇਕ ਚੀਜ਼ ਦੀ ਦਵਾਈ ਬਣਾਤੀ, ਸ਼ੇਰ ਤੱਕ ਗੋਲੀ ਵੀ ਮੈਂ ਮਾਰੂੰਗਾ। ਉਸ ਚੱਕਰ 'ਚ ਬੰਦਾ ਮਰ ਗਿਆ। ਠੀਕ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ। ਅੱਛਾ ਰਾਹੀ ਜੀ, ਇੱਕ ਚੀਜ਼ ਤੁਹਾਡੇ ਤੋਂ ਇਹ ਵੀ ਅਸੀਂ ਚਾਹਾਂਗੇ, ਤੁਸੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਜਥੇਬੰਦੀਆਂ ਨਾਲ ਤੁਸੀਂ ਜੁੜੇ ਹੋਏ ਹੋ, ਤੇ ਜਥੇਬੰਦੀਆਂ ਦਾ ਕੀ ਸਟੈਂਡ ਹੈਗਾ? ਇਹਨੂੰ ਸੀਰੀਅਸਲੀ ਲੈ ਰਹੀਆਂ ਨੇ ਜਥੇਬੰਦੀਆਂ ਇਸ ਸਮੱਸਿਆ ਨੂੰ? ਕਿਉਂਕਿ ਨਾੜ ਨੂੰ ਅੱਗ ਲਗਾਉਣ ਦੀ ਗੱਲ। ਹਾਂਜੀ ਜੀ ਹਾਂਜੀ, ਬਿਲਕੁਲ ਜਥੇਬੰਦੀਆਂ ਬਿਲਕੁਲ ਸੀਰੀਅਸਲੀ ਲੈ ਰਹੀਆਂ ਨੇ। ਅਸੀਂ ਹਮੇਸ਼ਾ ਜਦੋਂ ਵੀ ਸਾਡੀ ਜਥੇਬੰਦੀ ਦੀ ਸਟੇਟ ਦੀ ਮੀਟਿੰਗ ਹੁੰਦੀ ਆ, ਅਸੀਂ ਹਮੇਸ਼ਾ ਉਹਨਾਂ ਨੂੰ ਗਾਈਡ ਕਰਦੇ ਆ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿੰਨੀ ਆਕਸੀਜਨ ਕਿਸਾਨ ਪੈਦਾ ਕਰਦਾ ਨਾ, ਕੋਈ ਵੀ ਇੰਨੀ ਆਕਸੀਜਨ ਪੈਦਾ ਨਹੀਂ ਕਰਦਾ। ਜੇ ਆਪਾਂ ਮੱਕੀ ਦੀ ਫਸਲ ਨੂੰ ਲੈ ਲਈਏ, 1 ਹੈਕਟੇਅਰ 2.5 ਕਿੱਲਿਆਂ ਦਾ ਹੁੰਦਾ ਤੇ ਉਹ 2.5 ਏਕੜ ਦੇ ਵਿੱਚੋਂ 28 ਤੋਂ 36 ਟਨ ਮੱਕੀ ਆਕਸੀਜਨ ਦਿੰਦੀ ਆ, ਆਕਸੀਜਨ ਪੈਦਾ ਕਰਦੀ ਆ। ਸਭ ਤੋਂ ਵੱਧ ਆਕਸੀਜਨ ਵੀ ਕਿਸਾਨ ਹੀ ਪੈਦਾ ਕਰਦਾ। ਜਿੰਨੀਆਂ ਵੀ ਦੇਖੋ ਅਸੀਂ ਕ੍ਰੌਪਸ ਲਾਉਨੇ ਆ, ਜਿੰਨੀਆਂ ਵੀ ਅਸੀਂ ਫਸਲਾਂ ਲਾਉਨੇ ਆ, ਉਹ ਕਾਰਬਨ ਡਾਈਆਕਸਾਈਡ ਕੰਜ਼ਿਊਮ ਕਰਦੀਆਂ ਨੇ। ਠੀਕ ਹੈ ਰਾਹੀ ਜੀ, ਕਿਸਾਨ ਨੂੰ ਫਿਰ ਆਂਦਾ ਤਾਂ ਵੀ ਤਾਂ ਹੀ ਕਿਹਾ ਜਾਂਦਾ, ਐਡਾ ਰੁਤਬਾ ਵੀ ਤਾਂ ਹੀ। ਔਰ ਮੈਨੂੰ ਲੱਗਦਾ ਕਿ ਜੇ ਇਹ ਜਿਹੜਾ ਇੱਕ ਧੱਬਾ ਲੱਗ ਰਿਹਾ, ਇਹ ਜੇ ਖਤਮ ਹੋ ਜੇ ਤਾਂ ਮੈਨੂੰ ਲੱਗਦਾ ਕਿ ਕਿਸਾਨ ਵਰਗਾ ਕੋਈ ਮਿਸਾਲ ਨਾ ਹੋ ਜੇ। ਇਹ ਸਿਰਫ ਅੱਗ ਲਾਉਣ ਦੀ ਜਿਹੜੀ ਪ੍ਰਕਿਰਿਆ ਨਾ, ਸਿਰਫ ਆਪਣੇ ਪੰਜਾਬ ਦੀ ਜਾਂ ਸਾਡੇ ਭਾਰਤ ਦੀ ਨਹੀਂ ਹੈਗੀ। ਇਹ ਤੁਸੀਂ ਇੱਕ ਚੀਜ਼ ਮੰਨੋਗੇ ਵੀ ਅਮਰੀਕਾ ਦੇ ਵਿੱਚ ਜਿਹੜੀ ਗੰਨੇ ਦੀ ਫਸਲ ਹੁੰਦੀ ਆ, ਗੰਨੇ ਦੀ ਫਸਲ, ਖੜੀ ਫਸਲ ਨੂੰ ਜਿਹੜੀ ਉਹਦੀ ਪੱਤੀ ਤੇ ਆਗ ਹੁੰਦੀ, ਉਹਨੂੰ ਅੱਗ ਲਾ ਦਿੰਦੇ ਨੇ, ਕਿਉਂਕਿ ਉੱਥੇ ਲੇਬਰ ਦੀ ਘਾਟ ਹੁੰਦੀ ਆ। ਤਾਂ ਇਸ ਕਰਕੇ ਜਿਹੜੀ ਅਮਰੀਕਾ ਦੀ ਸ਼ੂਗਰ ਆ ਉਹ ਬਰਾਊਨ ਹੁੰਦੀ ਆ। ਸਾਡੇ ਪੰਜਾਬ ਦੇ ਵਿੱਚ ਵੀ ਲੇਬਰ ਵੀ ਕਾਫੀ ਮਹਿੰਗੀ ਹੋ ਚੁੱਕੀ ਆ, ਡੀਜ਼ਲ ਵੀ ਕਾਫੀ ਮਹਿੰਗਾ ਹੋ ਚੁੱਕਿਆ। ਔਰ ਦੂਸਰੀ ਗੱਲ ਅਸੀਂ ਇਹ ਗੱਲ ਕਰ ਸਕਦੇ ਆ ਕਿ ਜਦੋਂ ਕੋਈ ਕਿਸਾਨ ਮਾੜੀ ਮਜਬੂਰੀ ਆ ਅੱਗ ਲਾਉਣੀ ਆ, ਜਦੋਂ ਤੁਸੀਂ ਆਪਣੇ ਖੇਤ ਨੂੰ ਅੱਗ ਲਾਉਨੇ ਹੋ ਤਾਂ ਆਪਦੇ ਖੇਤ ਦੇ 2-3 ਫੁੱਟ ਨੂੰ, ਉਹਨੂੰ 2-3 ਫੁੱਟ ਦੀ ਜਗ੍ਹਾ ਨੂੰ ਆਸੇ ਪਾਸੇ ਉਹਨੂੰ ਵਾਹ ਕੇ ਉੱਥੇ ਪਾਣੀ ਲਾ ਦਿਓ। ਤੇ ਕਮ ਸੇ ਕਮ ਅੱਗ ਲਾਉਣ ਤੋਂ ਬਾਅਦ ਜਦੋਂ ਕੋਈ ਰਾਹ ਆਂਦਾ ਜਾਂ ਕੋਈ ਦਰਖਤ ਆ, ਉਹਨੂੰ ਬਚਾਉਣ ਦਾ ਕੋਈ ਨਾ ਕੋਈ ਵਸੀਲਾ। ਦੂਸਰੀ ਗੱਲ, ਜਿੱਦਾਂ ਆਪਣਾ ਲੱਖੇਵਾਲੀ ਸਾਹਿਬ ਨੇ ਕਿਹਾ ਕਿ ਉੱਲੂਆਂ ਦੀ ਕਿਸਮ ਖਤਮ ਹੋ ਗਈ, ਸ਼ਿਕਰੇ ਖਤਮ ਹੋ ਗਏ। ਇਹ ਦੇਖੋ ਨੋ ਡਾਊਟ ਦਰਖਤਾਂ ਕਰਕੇ ਖਤਮ ਹੋਇਆ, ਪਰ ਤੁਸੀਂ ਇਹ ਦੇਖੋ ਜਿੰਨੀ ਟੈਕਨੋਲੋਜੀ ਵਧੀ ਆ, ਵਾਯੂਮੰਡਲ ਦੇ ਵਿੱਚ ਪ੍ਰਦੂਸ਼ਣ ਵਧਿਆ, ਅਸੀਂ 4G 5G ਤੇ ਆ ਗਏ ਆ। ਸਾਡੇ ਜਿਹੜੀਆਂ ਘਰੇਲੂ ਚਿੜੀਆਂ ਨੇ ਉਹ ਵੀ ਮੁੱਕ ਚੱਲੀਆਂ ਨੇ। ਇਹ ਜਿਹੜੀਆਂ ਵੇਵਜ਼ ਤਰੰਗਾਂ ਚੱਲਦੀਆਂ ਨੇ, ਜਿੰਨੀਆਂ ਸਾਡੀ ਟੈਕਨੋਲੋਜੀ ਹਾਈਫਾਈ ਹੋਈ ਜਾਂਦੀ ਹੈ, ਸਾਡੇ ਪੰਛੀ ਮਰੀ ਜਾਂਦੇ ਨੇ। ਦੂਸਰੀ ਗੱਲ ਦੇਖੋ, ਹਰੇਕ ਬੰਦੇ ਨੂੰ ਦਰਖਤ ਲਾਉਣੇ ਚਾਹੀਦੇ ਨੇ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਆਪਦੇ ਹੀ ਗੇਟ ਦੇ ਅੱਗੇ 7 ਮੈਡੀਸਨ ਪ੍ਰਾਪਰਟੀ ਵਾਲੇ ਦਰਖਤ ਲਾਏ ਹੋਏ ਨੇਗੇ। ਮੇਰੇ ਘਰ ਆਪਦੇ 50 ਤੋਂ 60 ਗਮਲੇ ਲਾਏ ਹੈਗੇ। ਹਰੇਕ ਬੰਦਾ ਆਪੋ ਆਪਣੀ ਰਿਸਪੌਂਸਿਬਿਲਟੀ ਸਮਝੇ ਕਿ ਦੇਖੋ ਅਸੀਂ ਆਪਣਾ ਵਾਤਾਵਰਨ ਬਚਾਉਣਾਗਾ। ਹਰੇਕ ਸਾਲ ਘੱਟੋ ਘੱਟ 10 ਜਾਂ ਦਰਖਤ ਲਾ ਤਾਂ ਉਹਨਾਂ ਨੂੰ ਚਲੋ ਠੀਕ ਹੈ, ਅਸੀਂ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਡਾਕਟਰ ਦੀਪਕ ਵੀ ਲਗਾਤਾਰ ਬਣੇ ਹੋਏ ਨੇ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਕਿਹੜੇ ਚੀਜ਼ਾਂ ਅਸੀਂ ਯੂਜ਼ ਕਰ ਸਕਦੇ ਹਾਂ, ਖਾਸ ਤੌਰ ਤੇ ਘਰੇਲੂ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਹੁਤ ਧੂਆਂ ਵੱਧਦਾ ਜਾਂ ਅਸਥਮਾ ਦੇ ਮਰੀਜ਼ ਵੱਧਦੇ ਨੇ। ਇਸ ਤੋਂ ਇਲਾਵਾ ਜਿਹੜੇ ਆਪਾਂ ਕਹਿ ਲਈਏ ਕਿ ਨਵੀਂ ਜਨਰੇਸ਼ਨ ਆਉਣੀ ਹੈ, ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਤੇ ਵੀ ਪ੍ਰਭਾਵ ਪੈ ਰਿਹਾ, ਕਿਉਂਕਿ ਸਟੱਡੀ ਇਹ ਚੀਜ਼ ਕਹਿੰਦੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਜੋ ਚੀਜ਼ਾਂ ਹੋ ਰਹੀਆਂ ਨੇ, ਇਹ ਜਿਵੇਂ ਅੱਗ ਲਾਈ ਜਾਂਦੀ ਹੈ, ਬਾਅਦ ਚੋਂ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ, ਜਾਂ ਫਿਰ ਪੈਸਟੀਸਾਈਡ ਵੱਧ ਵਰਤੇ ਜਾ ਰਹੇ ਨੇ, ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਵੀ ਪ੍ਰਭਾਵਿਤ ਹੋ ਰਹੀ ਹੈ। ਦੇਖੋ ਗਗਨ ਜੀ, ਗੱਲ ਇਸ ਤਰ੍ਹਾਂ ਹੈ, ਜਦੋਂ ਕਿਸੇ ਬੰਦੇ ਦੀ ਹੈਲਥ ਨਹੀਂ ਠੀਕ ਹੋਊਗੀ, ਫਿਜ਼ੀਕਲੀ ਠੀਕ ਨਹੀਂ ਹੋਊਗਾ, ਉਹ
ਡਿਸਆਰਡਰ ਹੁੰਦਾ, ਉਹਦਾ ਦਿਮਾਗੀ ਤੌਰ ਤੇ ਵੀ ਜਿਹੜੀ ਯਾਦ ਸ਼ਕਤੀ ਹੈ ਜਾਂ ਮੈਮਰੀ ਹੈ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਪਰ ਮੈਂ ਇੱਥੇ ਗੱਲ ਸੁਣ ਰਿਹਾ ਸੀ, ਜਿਸ ਤਰ੍ਹਾਂ ਗੱਲ ਹੈ ਕਿ ਅੱਗ ਲਾਣੀ ਕਹਿ ਰਿਹਾ ਕਿ ਮਜਬੂਰੀ ਹੈ ਜਾਂ ਮਹਿੰਗਾਈ ਦੇ ਕਾਰਨ ਹੈ, ਪਰ ਮੈਂ ਕਈ ਕਿਸਾਨਾਂ ਦੇ ਫਾਰਮਿੰਗ ਬਾਰੇ ਅੱਜ ਥੋੜਾ ਜਿਹਾ ਸਟੱਡੀ ਕਰ ਰਿਹਾ ਸੀ। ਉਸ ਤੋਂ ਪਹਿਲਾਂ ਮੈਂ ਦੇਖਿਆ ਕਿ ਕਿਸਾਨਾਂ ਨੇ ਰਿਸਰਚ ਕੀਤੀ ਹੈ ਕਿ ਅਗਰ ਅਸੀਂ 3 ਸਾਲ ਅੱਗ ਨਾ ਲਾਈਏ ਤੇ ਸਾਡੀ 45% ਜਿਹੜੀ ਅਸੀਂ ਖਾਦ ਹੈ ਉਹ ਸਾਨੂੰ ਘੱਟ ਯੂਜ਼ ਕਰਨੀ ਬਿਲਕੁਲ ਪੈਂਦੀ ਠੀਕ ਹੈ ਗੱਲ। ਔਰ ਦੂਸਰੇ ਪਾਸੇ ਗੱਲ ਹੋ ਰਹੀ ਸੀ ਪਲਾਂਟੇਸ਼ਨ ਦੀ, ਬੜੀ ਅੱਛੀ ਗੱਲ ਆ, ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਪਰ ਦੂਜੇ ਪਾਸੇ ਦਾ ਸਰਕਾਰਾਂ ਨੂੰ ਔਰ ਕਿਸਾਨਾਂ ਨੂੰ ਇੱਕ ਐਸਾ ਹੱਲ ਲੱਭਣਾ ਚਾਹੀਦਾ ਹੈ ਜਿਹਦੇ ਕਰਕੇ ਇਹ ਜਿਹੜਾ ਹੈ ਕੰਮ ਨਾ ਹੋ ਸਕੇ। ਕਾਰਨ ਹੈ ਸੁਪਰੀਮ ਕੋਰਟ ਨੇ ਇਹਦੇ ਤੇ ਬਹੁਤ ਸਖਤੀ ਨਾਲ ਆਰਡਰ ਕੀਤੇ ਹੋਏ ਆ, ਪਰ ਵੋਟਾਂ ਦੀ ਰਾਜਨੀਤੀ। ਪਰ ਮੈਂ ਇੱਥੇ ਗੱਲ ਕਹੂੰਗਾ, ਬੈਠ ਕੇ ਇਹਦਾ ਕੋਈ ਸੋਲੂਸ਼ਨ ਜ਼ਰੂਰ ਲੱਭਣਾ ਚਾਹੀਦਾ। ਕਾਰਨ ਹੈ ਵੀ ਅੱਗੇ ਤਾਂ ਪੰਛੀ ਮਰ ਰਹੇ ਸੀ, ਜਿਹੜੇ ਜੀਵ ਜੰਤੂ ਮਰ ਰਹੇ ਸੀ, ਹੁਣ ਤਾਂ ਇਨਸਾਨ ਜਿਹੜਾ ਉਹ ਮਰਨ ਲੱਗ ਗਿਆ, ਨਿੱਕੇ ਨਿੱਕੇ ਬੱਚੇ ਜਲਣ ਲੱਗ ਗਏ ਆ। ਦੇਖੋ ਜੇ ਉਹ ਬੱਸ ਪੂਰੀ ਤਰ੍ਹਾਂ ਜਲ ਜਾਂਦੀ ਤੇ ਕੀ ਹਾਲ ਹੋਣਾ ਸੀ। ਉਹਨਾਂ ਦੇ ਵਿੱਚ ਜਾ ਕੇ ਪੁੱਛ ਕੇ ਦੇਖੋ, ਜਿਹਦਾ ਬੱਚਾ ਚਲਾ ਜਾਂਦਾ ਹੈ, ਘਰ ਦਾ ਕੋਈ ਮੈਂਬਰ ਉਹਨੂੰ ਪੁੱਛ ਕੇ ਦੇਖੋ ਵੀ ਉਹ ਦਰਦ ਕੀ ਹੁੰਦਾ। ਉਹ ਚਲੋ ਇੱਕ ਲਾਸਟ ਕਮੈਂਟ ਲੱਖੇ ਜੀ ਹਾਂਜੀ ਕਰ ਲਓ, ਕੰਪਲੀਟ ਕਰ ਲਓ। ਹਾਂਜੀ, ਸਾਰਿਆਂ ਨੂੰ ਮਿਲ ਕੇ ਇਸ ਤੇ ਬੜਾ ਗਹਿਰ ਚਿੰਤਨ ਕਰਨ ਦੀ ਲੋੜ ਹੈ, ਇੱਕ ਦੂਜੇ ਤੇ ਗੱਲ ਸੁੱਟਣ, ਪਰ ਇਹਦਾ ਢੁਕਵਾਂ ਹੱਲ ਲੱਭਣਾ ਚਾਹੀਦਾ ਕਿ ਅੱਜ ਜਿਹੜਾ ਇਨਸਾਨ ਵੀ ਮਰਨ ਲੱਗ ਗਿਆ, ਇਹ ਚਿੰਤਾ ਦਾ ਵਿਸ਼ਾ। ਠੀਕ ਹੈ ਲੱਖੇਵਾਲ ਜੀ, ਇੱਕ ਲਾਸਟ ਕਮੈਂਟ ਤੁਹਾਡੇ ਤੋਂ ਲਵਾਂਗੇ। ਤੁਸੀਂ ਇਹਨੂੰ ਕੀ ਦੇਖਦੇ ਹੋ, ਜਾਂ ਕਹਿ ਲਓ ਕਿ ਐਜ਼ ਅ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਅਵੇਅਰਨੈਸ ਡਰਾਈਵ ਵੀ ਹੋਣੀ ਚਾਹੀਦੀ ਹੈ? ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜੇ ਅਵੇਅਰ ਵੀ ਕੀਤਾ ਜਾਵੇ ਨਾ, ਤਾਂ ਮੈਨੂੰ ਲੱਗਦਾ ਕਿ ਥੋੜਾ ਬਹੁਤਾ ਫਰਕ ਤਾਂ ਪੈ ਸਕਦਾ ਉਹਦੇ ਨਾਲ ਵੀ। ਦੇਖੋ ਜੀ, ਅਵੇਅਰਨੈਸ ਡਰਾਈਵ ਹੋਣੀ ਚਾਹੀਦੀ ਆ, ਔਰ ਇਹ ਮਸਲਾ ਸਰਕਾਰਾਂ ਤੋਂ ਪਹਿਲਾਂ ਹਰੇਕ ਇਨਸਾਨ ਦਾ ਨਿੱਜੀ ਵੀ ਹੈ, ਇਹ ਨਿੱਜੀ ਆ। ਮੇਰੀ ਗੱਲ ਸੁਣੋ, ਤੁਹਾਨੂੰ 24 ਘੰਟੇ ਸ਼ੁੱਧ ਹਵਾ ਚਾਹੀਦੀ ਆ, ਤੁਹਾਨੂੰ ਸਾਰਾ ਦਿਨ ਪੀਣ ਲਈ ਪਾਣੀ ਸਿੱਧਾ ਜਾਂ ਸਿੱਧੇ ਤੌਰ ਤੇ ਚਾਹੀਦਾ, ਤੁਹਾਨੂੰ ਭੋਜਨ ਚਾਹੀਦਾ। ਠੀਕ ਹੈ, ਸਾਡੀਆਂ ਮੁੱਢਲੀਆਂ, ਅਸੀਂ ਭੁੱਲ ਗਏ ਵੀ ਸਾਡੀਆਂ ਮੁੱਢਲੀਆਂ ਲੋੜਾਂ ਕੀ ਨੇ। ਸਾਨੂੰ ਲੱਗਦਾ ਆਈਫੋਨ ਆ, ਸਾਨੂੰ ਲੱਗਦਾ AC ਆ, ਸਾਨੂੰ ਲੱਗਦਾ ਕਾਰ ਆ। ਇਦਾਂ ਨਹੀਂ ਹੈਗਾ। ਜਦੋਂ ਜਿੰਨੀ ਅਸੀਂ, ਮੋਟੀ ਜੀ ਗੱਲ ਇੱਕੋ ਹੀ ਹੈ ਜੀ, ਜਿੰਨੀ ਅਸੀਂ ਕੁਦਰਤ ਤੋਂ ਦੂਰੀ ਬਣਾਵਾਂਗੇ ਉਨੀ ਸਾਡੇ ਕੋਲ ਸਮੱਸਿਆਵਾਂ ਨੇ। ਜਿੰਨਾ ਕੁਦਰਤ ਦੇ ਨੇੜੇ ਜਾਵਾਂਗੇ ਸਾਡੀਆਂ ਸਮੱਸਿਆਵਾਂ ਘਟੀ ਜਾਣੀਆਂ ਨੇ। ਔਰ ਜੇ ਅਸੀਂ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਕੋਈ ਮਤਲਬ ਐਜੂਕੇਸ਼ਨਿਸਟ ਹੈ, ਜੇ ਉਹ ਇਹ ਗੱਲ ਨੂੰ ਸਮਝੂਗਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਸ਼ਾਮ ਤੋਂ ਲੈ ਕੇ ਸਵੇਰ ਤੱਕ ਮੈਂ ਕੋਈ ਅਜਿਹਾ ਕਾਰਜ ਨਹੀਂ ਕਰਨਾ ਵੀ ਜਿਹਦੇ ਨਾਲ ਹਵਾ, ਪਾਣੀ, ਧਰਤ ਤੇ ਭੋਜਨ ਨੂੰ ਕੋਈ ਸਮੱਸਿਆ ਨਾ ਆਵੇ, ਤੇ ਸਾਡੇ ਬਹੁਤ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਣਗੀਆਂ। ਬਿਲਕੁਲ। ਤਾਂ ਇਹ ਸੀ ਜੀ ਗੱਲਬਾਤ। ਨਾੜ ਨੂੰ ਅੱਗ ਲਗਾਉਣ ਦਾ ਜਿਹੜਾ ਰੁਝਾਨ ਹੈ ਇਹ ਬੇਹੱਦ ਮਾੜਾ ਹੈ, ਔਰ ਮੈਨੂੰ ਲੱਗਦਾ ਕਿ ਜਿਹੜਾ ਵਾਤਾਵਰਣ ਦੇ ਉੱਤੇ ਇਹਦੇ ਨੁਕਸਾਨ ਹੋ ਰਹੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਹੈ। ਹਾਲਾਂਕਿ ਕਿਸਾਨਾਂ ਦਾ ਪੱਖ ਇਹ ਹੈ ਕਿ ਉਹਨਾਂ ਦੀ ਇੱਕ ਆਪਣੀ ਵੱਖਰੀ ਪ੍ਰੋਬਲਮ ਹੈ, ਪਰ ਵੱਡਾ ਸਵਾਲ ਇਹ ਹੈ ਕਿ ਉਹੀ ਹਵਾ ਹੈ ਜਿਹਦੇ ਵਿੱਚ ਸਾਰਿਆਂ ਨੇ ਸਾਹ ਲੈਣਾ, ਉਹਨੇ ਵੀ ਸਾਹ ਲੈਣਾ, ਉਹਦੇ ਵੀ ਹਵਾ ਦੇ ਵਿੱਚ ਹੀ ਉਹਦੇ ਬੱਚਿਆਂ ਨੇ ਵੀ, ਜਿਹੜਾ ਅੱਗ ਲਗਾਉਂਦਾ। ਤਾਂ ਆਸ ਉਮੀਦ ਕਰਦੇ ਹਾਂ ਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ, ਔਰ ਨਾੜ ਨੂੰ ਅੱਗ ਹਵਾਲੇ ਨਾ ਕਰੋ। ਜਿਹੜੀ ਰਹਿੰਦ ਖੂੰਹਦ ਹੈ ਖੇਤੀ ਦੀ, ਜਦੋਂ ਕਣਕ ਤੋਂ ਬਾਅਦ ਜਿਹੜੀ ਆਉਂਦੀ ਹੈ ਉਹਨੂੰ ਅੱਗ ਨਾ ਲਗਾਈ ਜਾਵੇ। ਔਰ ਇਹਦੇ ਨਾਲ ਤੁਸੀਂ ਜੇਕਰ ਅੱਗ ਲਗਾਉਂਦੇ ਹੋ ਤਾਂ ਬਹੁਤ ਨੁਕਸਾਨ ਹੁੰਦਾ ਵਾਤਾਵਰਣ ਦਾ। ਔਰ ਜਿੱਥੇ ਪਸ਼ੂ ਪ੍ਰਭਾਵਿਤ ਹੁੰਦੇ ਨੇ, ਪੰਛੀ ਪ੍ਰਭਾਵਿਤ ਹੁੰਦੇ ਨੇ, ਪੇੜ ਜਲਦੇ ਨੇ, ਉੱਥੇ ਹੁਣ ਤਾਂ ਇਨਸਾਨੀ ਜ਼ਿੰਦਗੀਆਂ ਤੇ ਵੀ ਇਹ ਚੀਜ਼ਾਂ ਭਾਰੂ ਪੈਣ ਲੱਗ ਗਈਆਂ। ਤੇ ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਸਾਰੇ ਮਹਿਮਾਨਾਂ ਦਾ ਧੰਨਵਾਦ।